ਪੇਸ਼ ਹੈ ਕਹਾਣੀ ਮੱਥੇ ਦੀ ਚੀਸ, ਜੋ ਕਿ ਸੁਰਿੰਦਰ ਰਾਮਪੁਰੀ ਜੀ ਦੀ ਪੁਸਤਕ ਪੁੰਨਿਆਂ ਤੋਂ ਪਹਿਲਾਂ ਵਿੱਚੋਂ ਲਈ ਗਈ ਹੈ। ਬੱਸ ਵਿੱਚ ਬੈਠਾ ਮਾਸਟਰ ਰਾਮ ਪ੍ਰਕਾਸ਼ ਸੋਚ ਰਿਹਾ ਸੀ, ਮੈਂ ਉਸ ਨੂੰ ਕਹਿ ਕਿਉਂ ਨਾ ਦਿੱਤਾ। ਮੈਂ ਉਸ ਨੂੰ ਕਹਿ ਤਾਂ ਸਕਦਾ ਸੀ, ਪੁੱਛ ਤਾਂ ਲੈਂਦਾ ਉਹਨੂੰ। ਅਚਾਨਕ ਡਰਾਈਵਰ ਨੇ ਬ੍ਰੇਕਾਂ ਲਗਾਈਆਂ। ਬੱਸ 'ਚ ਈ ਦੀ ਆਵਾਜ਼ ਨਾਲ ਰੁਕੀ। ਸਵਾਰੀਆਂ ਬੇਬਸ ਹੋ ਕੇ ਅੱਗੇ ਨੂੰ ਉਛਲੀਆਂ, ਇੱਕ ਦੂਜੇ ਤੇ ਡਿੱਗੀਆਂ। ਮਾਸਟਰ ਰਾਮ ਪ੍ਰਕਾਸ਼ ਦਾ ਮੱਥਾ ਮੂਹਰਲੀ ਸੀਟ ਦੀ ਪਾਈਪ ਨਾਲ ਜਾ ਟਕਰਾਇਆ। ਐਕਸੀਡੈਂਟ ਹੁੰਦਿਆਂ ਮਸਾਂ ਹੀ ਬਚਿਆ ਸੀ। ਮਾਸਟਰ ਰਾਮ ਪ੍ਰਕਾਸ਼ ਨੇ ਮੱਥਾ ਪਲੋਸਿਆ। ਉਸਦੇ ਮੱਥੇ ਵਿੱਚੋਂ ਖੂਨ ਸਿੰਮਣ ਲੱਗ ਪਿਆ ਸੀ। ਉਹਨੇ ਰੁਮਾਲ ਨਾਲ ਮੱਥਾ ਪੂੰਝਿਆ, ਟੋਹ ਕੇ ਦੇਖਿਆ, ਮੱਥੇ ਤੇ ਗੁੰਮਟ ਹੋ ਗਿਆ ਸੀ। ਉਹ ਰੁਮਾਲ ਨੂੰ ਇਕੱਠਾ ਕਰ ਗੁੰਮਟ ਤੇ ਭਾਫ ਦੇਣ ਲੱਗ ਪਿਆ। ਮੱਥੇ ਵਿੱਚ ਚੀਸ ਪੈ ਰਹੀ ਸੀ। ਉਸਨੇ ਆਪਣਾ ਸਿਰ ਬੱਸ ਦੀ ਟਾਕੀ ਨਾਲ ਟਿਕਾ ਲਿਆ। ਮੱਥੇ ਦੀ ਚੀਸ ਨੂੰ ਭੁੱਲ ਉਸਦਾ ਧਿਆਨ ਫਿਰ ਆਪਣੀ ਧੀ ਸੁਨੀਤਾ ਵੱਲ ਚਲਿਆ ਗਿਆ। ਸੁਨੀਤਾ ਨੂੰ ਉਸਨੇ ਪੁੱਤਾਂ ਵਾਂਗ ਪਾਲਿਆ ਸੀ। ਉਸਦੀ ਪਤਨੀ ਨੇ ਤਾਂ ਕਈ ਵਾਰ ਜਤਾਇਆ ਸੀ, ਇੱਕ ਪੁੱਤਰ ਵੀ ਤਾਂ ਹੋਣਾ ਚਾਹੀਦਾ ਹੈ, ਪਰ ਉਹ ਹਮੇਸ਼ਾ ਕਹਿੰਦਾ, ਪੁੱਤ ਧੀ ਵਿੱਚ ਫਰਕ ਹੀ ਕੀ ਹੈ। ਉਹ ਆਖਦਾ, ਮੈਂ ਤੈਨੂੰ ਕਿਹਾ ਸੀ ਨਾ, ਆਪਾਂ ਇੱਕ ਬੱਚਾ ਹੀ ਪੈਦਾ ਕਰਨਾ ਹੈ, ਭਾਵੇਂ ਪਹਿਲਾਂ ਬੱਚਾ ਪੁੱਤ ਹੋਵੇ ਜਾਂ ਧੀ। ਰੱਬ ਦੀ ਮਰਜ਼ੀ, ਪਹਿਲੀ ਧੀ ਜੰਮ ਪਈ ਤੇ ਉਹ ਆਪਣੇ ਬਚਨਾਂ ਤੇ ਪੱਕਾ ਹੋ ਗਿਆ। ਸੁਨੀਤਾ ਨੂੰ ਪੜ੍ਹਾਇਆ ਲਿਖਾਇਆ ਅਤੇ ਪੁੱਤਾਂ ਵਰਗਾ ਪਿਆਰ ਦਿੱਤਾ। ਹੁਣ ਕੁਝ ਸਮੇਂ ਤੋਂ ਉਹਦੇ ਵਿਆਹ ਦੀ ਚਿੰਤਾ ਵਿੱਚ ਉਹ ਘਿਰਿਆ ਰਹਿੰਦਾ। ਉਹਦੇ ਵਿਆਹ ਦਾ ਫਿਕਰ ਉਸਨੂੰ ਵੱਖ-ਵੱਖ ਖਾਂਦਾ। ਕੱਲ੍ਹ ਅਖ਼ਬਾਰ ਪੜ੍ਹ ਰਹੇ ਮਾਸਟਰ ਰਾਮ ਪ੍ਰਕਾਸ਼ ਦੀਆਂ ਅੱਖਾਂ ਵਿੱਚ ਚਮਕ ਆ ਗਈ, ਜਿਵੇਂ ਕਿਸੇ ਖਜ਼ਾਨੇ ਦਾ ਪਤਾ ਲੱਭ ਪਿਆ ਹੋਵੇ। ਉਸਦੇ ਜ਼ਿਹਨ ਵਿੱਚ ਇੱਕ ਹੀ ਵਾਕ ਵਾਰ-ਵਾਰ ਘੁੰਮ ਰਿਹਾ ਸੀ, ਦਹੇਜ ਉੱਕਾ ਹੀ ਨਹੀਂ ਲਿਆ ਜਾਵੇਗਾ, ਦਹੇਜ ਉੱਕਾ ਹੀ ਨਹੀਂ ਲਿਆ ਜਾਵੇਗਾ। ਉਸਦਾ ਚਿਹਰਾ ਇੱਕਦਮ ਖਿੜ ਗਿਆ, ਜਿਵੇਂ ਮੁਕਤੀ ਦਾ ਰਾਹ ਮਿਲ ਗਿਆ ਹੋਵੇ। ਅੰਮ੍ਰਿਤਸਰ ਦੇ ਲਾਲਾ ਗੰਗਾ ਪ੍ਰਸਾਦ ਨੇ ਆਪਣੇ ਲੜਕੇ ਦੀ ਸ਼ਾਦੀ ਲਈ ਇਸ਼ਤਿਹਾਰ ਦਿੱਤਾ ਸੀ। ਰਾਮ ਪ੍ਰਕਾਸ਼ ਵਾਰ-ਵਾਰ ਇਸ਼ਤਿਹਾਰ ਦੇ ਸ਼ਬਦ ਦੁਹਰਾ ਰਿਹਾ ਸੀ। ਉੱਚੇ ਘਰਾਣੇ ਦੇ M.A. ਪਾਸ ਲੜਕੇ ਲਈ ਪੜ੍ਹੀ ਲਿਖੀ, ਸੁਘੜ ਸਿਆਣੀ, ਖਾਨਦਾਨੀ ਲੜਕੀ ਦੀ ਜ਼ਰੂਰਤ ਹੈ। ਦਹੇਜ ਉੱਕਾ ਹੀ ਨਹੀਂ ਲਿਆ ਜਾਵੇਗਾ। ਮਾਸਟਰ ਰਾਮ ਪ੍ਰਕਾਸ਼ ਵਾਰ-ਵਾਰ ਇਸ਼ਤਿਹਾਰ ਨੂੰ ਪੜ੍ਹ ਰਿਹਾ ਤੇ ਉੱਚੀ-ਉੱਚੀ ਪੜ੍ਹਦਾ ਸੁਨੀਤਾ ਦੀ ਮਾਂ ਨੂੰ ਸੁਣਾਉਣ ਲੱਗਿਆ, ਇਹੋ ਜਿਹੇ ਸ਼ੁਭ ਕੰਮਾਂ ਵਿੱਚ ਦੇਰ ਨਹੀਂ ਕਰੀਦੀ, ਜਲਦੀ ਕਰੋ, ਖਤੋ ਖਿਤਾਬਤ ਕਰ ਲਓ। ਅਜਿਹੇ ਮੁੰਡੇ ਕਿਹੜਾ ਲੱਭਦੇ ਨੇ। ਖਤੋ ਖਿਤਾਬਤ ਕਿੱਥੇ ਸੁਨੀਤਾ ਦੀ ਮਾਂ, ਕੱਲ੍ਹ ਨੂੰ ਐਤਵਾਰ ਹੈ, ਮੈਂ ਖੁਦ ਹੀ ਜਾ ਆਉਣਾ ਹਾਂ, ਮੈਨੂੰ ਯਕੀਨ ਹੈ ਗੱਲ ਬਣ ਹੀ ਜਾਊ। ਅਗਲੀ ਸਵੇਰ ਮਾਸਟਰ ਰਾਮ ਪ੍ਰਕਾਸ਼ ਅੰਮ੍ਰਿਤਸਰ ਨੂੰ ਜਾਣ ਵਾਲੀ ਪਹਿਲੀ ਬੱਸ 'ਚ ਜਾ ਬੈਠਾ ਸੀ। ਪਿਛਲੀ ਰਾਤ ਨੂੰ ਉਹ ਸੌਂ ਨਹੀਂ ਸੀ ਸਕਿਆ, ਤਾਹੀਓਂ ਤਾਂ ਉਹਨੂੰ ਬੱਸ ਦੇ ਹਿਚਕੋਲਿਆਂ ਨਾਲ ਊਂਘ ਜਿਹੀ ਆ ਰਹੀ ਸੀ। ਅੱਧਾ ਸੁੱਤਾ ਜਿਹਾ ਹੀ ਉਹ ਰੰਗੀਨ ਸੁਪਨਿਆਂ ਵਿੱਚ ਗੁਆਚ ਗਿਆ। ਕਲਪਨਾ ਵਿੱਚ ਹੀ ਉਸਨੇ ਆਪਣੀ ਧੀ ਦੀ ਡੋਲੀ ਨੂੰ ਸਜਾਇਆ ਅਤੇ ਅੱਖਾਂ ਵਿੱਚੋਂ ਇੱਕ ਵੀ ਅੱਥਰੂ ਸਿੱਟੇ ਬਿਨਾਂ ਖੁਸ਼ੀ-ਖੁਸ਼ੀ ਵਿਦਾ ਕੀਤਾ। ਉਹ ਬਹੁਤ ਖੁਸ਼ ਸੀ। ਉਸਨੂੰ ਪੜ੍ਹਿਆ ਲਿਖਿਆ ਅਜਿਹਾ ਦਮਾਦ ਮਿਲ ਰਿਹਾ ਸੀ, ਜਿਸ ਨੂੰ ਦਹੇਜ ਦੀ ਇੱਛਾ ਨਹੀਂ ਸੀ। ਉਹ ਸੋਚਦਾ, ਅਜੇ ਵੀ ਤਾਂ ਕੁੜੀ ਨੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਹੈ। ਅਸੀਂ ਵੀ ਤਾਂ ਕੁੜੀ ਤੇ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਹੈ। ਸਾਡੀ ਕੁੜੀ ਕਿਹੜਾ ਕਿਸੇ ਨਾਲੋਂ ਘੱਟ ਹੈ। ਪੜ੍ਹੀ ਲਿਖੀ ਕੁੜੀ ਤਾਂ ਖੁਦ ਦਾਜ ਹੁੰਦੀ ਹੈ, ਸਾਰੀ ਉਮਰ ਕਮਾਈ ਕਰਕੇ ਘਰ ਭਰ ਸਕਦੀ ਹੈ। ਲੋਕ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਨੇ, ਜੋ ਇਸ ਤੋਂ ਇਲਾਵਾ ਵੀ ਹੋਰ ਦਹੇਜ ਭਾਲਦੇ ਨੇ। ਫਿਰ ਉਹ ਸੋਚਦਾ, ਇਹ ਤਾਂ ਪਤਾ ਨਹੀਂ ਕਿਹੜੇ ਵੇਲੇ ਦੀ ਸੁਣੀ ਗਈ, ਜਿਹੜਾ ਗੰਗਾ ਪ੍ਰਸਾਦ ਵਰਗਾ ਰਿਸ਼ਤੇਦਾਰ ਮਿਲ ਗਿਆ। ਦਿੱਲੀ ਵਾਲੇ ਕ੍ਰਿਸ਼ਨ ਚੰਦਰ ਦੀ ਯਾਦ ਉਸਦਾ ਮਨ ਨਫ਼ਰਤ ਨਾਲ ਭਰ ਗਏ। ਕਿੱਡਾ ਭੋਲਾ ਲੱਗਦਾ ਸੀ ਵੇਖਣ ਨੂੰ, ਤੇ ਵਿੱਚੋਂ ਨਿਰੀ ਜ਼ਹਿਰ ਦੀ ਗੰਦਲ। ਅਖੇ ਇਹ ਤਾਂ ਠੀਕ ਹੈ ਬਈ ਕੁੜੀ M.A. ਪਾਸ ਹੈ, ਪਰ ਜੱਗ ਵਿਖਾਵੇ ਲਈ ਕਾਰ ਤਾਂ ਦੇਣੀ ਹੀ ਪੈਣੀ ਹੈ। ਇਮਾਨਦਾਰ ਬੰਦੇ ਨੂੰ ਅੱਜ-ਕੱਲ੍ਹ ਰੋਟੀ ਦਾ ਸੰਸਾ ਹੀ ਮਾਰ ਲੈਂਦਾ ਤੇ ਉਹ ਕਾਰ ਕਿੱਥੋਂ ਦੇ ਦਿੰਦਾ। ਲੋਕ ਤਾਂ ਆਪਣੇ ਨਾਂ ਦੀ ਲਾਜ ਵੀ ਨਹੀਂ ਰੱਖਦੇ, ਉਹ ਸੋਚਦਾ। ਉਸਦੇ ਦਿਮਾਗ ਵਿੱਚ ਵਾਰ-ਵਾਰ ਪਿਛਲੀਆਂ ਘਟਨਾਵਾਂ ਘੁੰਮ ਰਹੀਆਂ ਸਨ, ਪਰ ਉਹ ਤਾਂ
ਪਿਛਲੀਆਂ ਸਭ ਘਟਨਾਵਾਂ ਨੂੰ ਭੁੱਲ ਜਾਣਾ ਚਾਹੁੰਦਾ ਸੀ। ਸ਼ੁਭ ਮੌਕੇ 'ਤੇ ਅਜਿਹੀਆਂ ਅਸ਼ੁਭ ਘਟਨਾਵਾਂ ਨੂੰ ਯਾਦ ਕਰਕੇ ਉਹ ਆਪਣੀ ਖੁਸ਼ੀ ਨੂੰ ਘਟਾਉਣਾ ਨਹੀਂ ਸੀ ਚਾਹੁੰਦਾ। ਉਹ ਤਾਂ ਬਹੁਤ ਖੁਸ਼ ਸੀ। ਉਸ ਨੂੰ ਰਿਸ਼ਤਾ ਹੀ ਅਜਿਹਾ ਮਿਲ ਰਿਹਾ ਸੀ। ਗੰਗਾ ਪ੍ਰਸਾਦ ਤਾਂ ਉਸ ਲਈ ਰੱਬ ਬਣ ਕੇ ਬੌੜ ਗਿਆ ਸੀ। ਉਹ ਖੁਸ਼ੀ 'ਚ ਫੁੱਲਿਆ ਨਹੀਂ ਸੀ ਸਮਾਉਂਦਾ। ਉਸ ਦੀ ਧੀ ਨੂੰ ਬਰਾਬਰ ਦਾ ਵਰ ਮਿਲ ਰਿਹਾ ਸੀ। ਮਨ ਦੀ ਉਧੇੜ ਬੁਣ ਅਤੇ ਭੰਨਾਂ ਭੜਤਾਂ ਵਿੱਚ ਹੀ ਉਹ ਗੰਗਾ ਪ੍ਰਸਾਦ ਦੀ ਕੋਠੀ ਪਹੁੰਚ ਗਿਆ। ਉਸਨੇ ਕਾਲ ਬੈਲ 'ਤੇ ਉਂਗਲ ਰੱਖੀ। ਸੰਗੀਤ ਦੀ ਆਵਾਜ਼ ਨਾਲ ਕੋਠੀ ਲਰਜ਼ਰਾ ਗਈ। ਗੇਟ ਖੋਲ੍ਹ ਰਹੇ ਮੁੰਡੂ ਨੂੰ ਸੰਬੋਧਨ ਹੁੰਦਿਆਂ ਉਹ ਬੋਲਿਆ, ਮੈਂ ਸੇਠ ਗੰਗਾ ਪ੍ਰਸਾਦ ਹੁਰਾਂ ਨੂੰ ਮਿਲਣਾ। ਸੇਠ ਜੀ ਅੰਦਰ ਹੀ ਹੈ, ਆਪ ਆ ਜਾਏ। ਮੁੰਡਾ ਉਸਨੂੰ ਡਰਾਇੰਗ ਰੂਮ ਵਿੱਚ ਲੈ ਗਿਆ। ਸੇਠ ਜੀ ਡਰਾਇੰਗ ਰੂਮ 'ਚ ਆਏ ਤਾਂ ਰਾਮ ਪ੍ਰਕਾਸ਼ ਨੇ ਖੜ੍ਹਾ ਹੁੰਦਿਆਂ ਦੋਵੇਂ ਹੱਥ ਜੋੜ ਕੇ ਨਮਸਤੇ ਕਹੀ ਅਤੇ ਆਪ ਹੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ, ਮੈਂ ਜਲੰਧਰੋਂ ਆਇਆ ਜੀ। ਬੈਠੋ ਬੈਠੋ, ਜੀ ਆਇਆਂ ਨੂੰ। ਪਹਿਲਾਂ ਦੱਸੋ ਕੀ ਪੀਓਗੇ, ਠੰਡਾ ਜਾਂ ਗਰਮ? ਗੰਗਾ ਪ੍ਰਸਾਦ ਨੇ ਕਿਹਾ। ਨਹੀਂ ਜੀ, ਕੋਈ ਲੋੜ ਹੀ ਨਹੀਂ, ਮੈਂ ਤਾਂ ਹੁਣੇ ਹੀ ਅੱਡੇ ਤੋਂ ਚਾਹ ਪੀ ਕੇ ਆਇਆ। ਅਖਬਾਰ ਵਿੱਚ ਤੁਹਾਡੇ ਵੱਲੋਂ ਦਿੱਤਾ ਹੋਇਆ ਇਸ਼ਤਿਹਾਰ ਪੜ੍ਹਿਆ ਸੀ। ਮੈਂ ਕਿਹਾ ਚੱਲ ਕੇ ਦਰਸ਼ਨ ਹੀ ਕਰ ਆਵਾਂ। ਉਸਨੇ ਗੱਲ ਅੱਗੇ ਤੋਰੀ। ਕਾਕੇ ਦਾ ਕੀ ਨਾਂ ਹੈ? ਸੁਧੀਰ ਕੁਮਾਰ। ਹੁਣੇ ਹੀ ਉੱਠ ਕੇ ਫੈਕਟਰੀ ਨੂੰ ਗਿਆ ਹੈ। ਉਹ ਸਾਹਮਣੇ ਉਸਦੀ ਤਸਵੀਰ ਹੈ। ਸਾਹਮਣੇ ਸ਼ੋਕੇਸ ਵਿੱਚ ਪਈ ਤਸਵੀਰ ਵੱਲ ਇਸ਼ਾਰਾ ਕਰਦਿਆਂ ਸੇਠ ਗੰਗਾ ਪ੍ਰਸਾਦ ਬੋਲਿਆ, ਲੜਕੀ ਪੜ੍ਹੀ ਕਿੰਨਾ ਕੁ ਹੋਈ ਹੈ? MA ਇਕਨਾਮਿਕਸ ਕੀਤਾ ਹੈ, ਫਸਟ ਡਿਵੀਜ਼ਨ 'ਚ। ਉਹਨੇ ਤਾਂ 10ਵੀਂ ਤੋਂ MA ਤੱਕ ਹਮੇਸ਼ਾ ਫਸਟ ਡਿਵੀਜ਼ਨ ਹੀ ਲਈ ਹੈ। ਤੁਸੀਂ ਕਾਕੀ ਦੀ ਤਸਵੀਰ ਤਾਂ ਲਿਆਏ ਹੋਵੋਗੇ, ਸੇਠ ਕਹਿ ਰਿਹਾ ਸੀ। ਹਾਂ ਜੀ, ਇਹ ਲਵੋ। ਰਾਮ ਪ੍ਰਕਾਸ਼ ਨੇ ਬਟੂਏ 'ਚੋਂ ਫੋਟੋ ਕੱਢ ਕੇ ਫੜਾਉਂਦਿਆਂ ਕਿਹਾ। ਠੀਕ ਹੈ, ਆਪਾਂ ਕੀ ਵੇਖਣਾ, ਲੜਕੀ ਤਾਂ ਮੁੰਡੇ ਨੂੰ ਪਸੰਦ ਚਾਹੀਦੀ ਹੈ, ਸੇਠ ਨੇ ਤਸਵੀਰ 'ਤੇ ਨਜ਼ਰਾਂ ਗੱਡਦਿਆਂ ਆਖਿਆ। ਸੇਠ ਨੇ ਫੋਨ ਕਰ ਦੁਕਾਨ ਤੋਂ ਸੁਧੀਰ ਕੁਮਾਰ ਨੂੰ ਬੁਲਾਇਆ। ਉਹ 2 ਕੁ ਮਿੰਟ ਡਰਾਇੰਗ ਰੂਮ 'ਚ ਬੈਠਿਆ, ਨਮਸਤੇ ਕੀਤੀ ਅਤੇ ਆਪਣੇ ਕਮਰੇ 'ਚ ਚਲਿਆ ਗਿਆ। ਕਾਕਾ ਤਾਂ ਆਪਾਂ ਨੂੰ ਪਸੰਦ ਹੈ, ਤੁਸੀਂ ਆਪਣੀ ਦੱਸੋ। ਰਾਮ ਪ੍ਰਸਾਦ ਨੂੰ ਘਰ-ਬਾਰ ਅਤੇ ਮੁੰਡਾ ਪਸੰਦ ਆ ਗਿਆ ਸੀ। ਉਹ ਤਾਂ ਕਦੋਂ ਦਾ ਅਜਿਹੇ ਵਰ ਦੀ ਆਸ ਵਿੱਚ ਬੈਠਾ ਸੀ। ਜਦੋਂ ਤੁਹਾਨੂੰ ਲੜਕੀ ਪਸੰਦ ਹੈ ਤਾਂ ਅਸੀਂ ਕਿਹੜਾ ਇਨਕਾਰੀ ਹਾਂ। ਤੁਹਾਡੀ ਧੀ ਸਾਡੀ ਧੀ, ਸੇਠ ਬੋਲਿਆ। ਵੇਖੋ ਤਾਂ ਸਹੀ ਕਿੰਨੀ ਸੁਸ਼ੀਲ ਲੱਗਦੀ ਹੈ। ਅੱਜ ਤੋਂ ਸੁਧੀਰ ਤੁਹਾਡਾ ਹੋਇਆ, ਸੇਠ ਨੇ ਇੱਕ-ਇੱਕ ਸ਼ਬਦ ਨੂੰ ਚਿੱਥ ਕੇ ਬੋਲਦਿਆਂ ਕਿਹਾ। ਹੋਰ ਕੋਈ ਗੱਲਬਾਤ? ਰਾਮ ਪ੍ਰਸਾਦ ਨੇ ਪੁੱਛਿਆ। ਬਸ ਕਾਕੇ ਨੂੰ ਕਾਕੀ ਦਿਖਾਉਣੀ ਹੈ, ਜਿੱਦਣ ਮਰਜ਼ੀ ਦਿਖਾ ਦਿਓ। ਉਹਨੇ ਕੀ ਕਹਿਣਾ? ਉਹ ਤਾਂ ਸਾਰਾ ਕੁਝ ਮੇਰੇ 'ਤੇ ਸਿੱਟ ਦਿੰਦਾ। ਬਾਕੀ ਤੁਹਾਨੂੰ ਪਤਾ ਹੀ ਹੈ, ਆਪਾਂ ਦਾਜ ਦਹੇਜ ਦੇ ਤਾਂ ਉੱਕਾ ਹੀ ਹੱਕ 'ਚ ਨਹੀਂ। ਸੇਠ ਨੇ ਅਸਲੀ ਗੱਲ ਤੋਰੀ। ਅਸੀਂ ਤਾਂ ਸੁਧੀਰ ਕੁਮਾਰ ਨੂੰ ਪੜ੍ਹਾ ਲਿਖਾ ਕੇ ਤੁਹਾਡੇ ਹਵਾਲੇ ਕਰ ਦਿੱਤਾ ਹੈ। ਅੱਜ ਤੋਂ ਤੁਸੀਂ ਇਸ ਦੇ ਪਿਤਾ ਅਤੇ ਤੁਹਾਡਾ ਪੁੱਤਰ। ਰਾਮ ਪ੍ਰਕਾਸ਼ ਨੇ ਦੇਖਿਆ, ਕੁੜੀ ਦੀ ਤਸਵੀਰ ਪਸੰਦ ਆ ਜਾਣ ਦੇ ਬਾਵਜੂਦ ਮੁੰਡੇ ਦਾ ਬਾਪ ਜਿਵੇਂ ਕੁਝ ਜੱਕੋ-ਤੱਕੀ ਵਿੱਚ ਹੋਵੇ। ਅਖੀਰ ਉਸ ਦਿਲ ਦੀ ਕਹਿ ਹੀ ਦਿੱਤੀ। ਸੁਧੀਰ ਕਹਿੰਦਾ, ਮੈਂ ਡਿਪਲੋਮਾ ਕਰਨ ਇੰਗਲੈਂਡ ਜਾਣਾ। ਇਸ ਦਾ ਕਿਰਾਇਆ ਵਗੈਰਾ ਤਾਂ ਤੁਹਾਨੂੰ ਹੀ ਦੇਣਾ ਪੈਣਾ। ਇਸ ਨੇ ਸਿਰਫ 1 ਸਾਲ ਹੀ ਉੱਥੇ ਰਹਿਣਾ ਹੈ। ਇਹ ਖਰਚਾ ਤਾਂ ਤੁਸੀਂ ਦਿਓਗੇ ਹੀ। ਤੁਹਾਡਾ ਪੁੱਤਰ ਜੋ ਹੋਇਆ, ਸੇਠ ਨੇ ਦੰਦੀਆਂ ਕੱਢਦਿਆਂ ਕਿਹਾ। ਜੀ ਰਾਮ ਪ੍ਰਕਾਸ਼ ਅਜੇ ਕੁਝ ਵੀ ਨਹੀਂ ਸੀ ਬੋਲਿਆ ਕਿ ਸੇਠ ਨੇ ਕਹਿਣਾ ਸ਼ੁਰੂ ਕੀਤਾ, ਕਾਕੇ ਨੇ ਉੱਧਰੋਂ ਅਫਸਰ ਬਣ ਕੇ ਲੌਟਣਾ। ਆਉਂਦੇ ਨੂੰ ਕਾਰ ਤੇ ਕੋਠੀ ਤਾਂ ਚਾਹੀਦੀ ਹੈ। ਰਾਮ ਪ੍ਰਕਾਸ਼ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ। ਉਸ ਦਾ ਰੋਮ-ਰੋਮ ਵਿੰਨ੍ਹਿਆ ਗਿਆ। ਉਸ ਦੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲਿਆ। ਉਸ ਦੀਆਂ ਨਜ਼ਰਾਂ ਸੇਠ ਦੇ ਮੂੰਹ 'ਤੇ ਗੱਡੀਆਂ ਗਈਆਂ। ਗੰਗਾ ਪ੍ਰਸਾਦ ਆਖ ਰਿਹਾ ਸੀ, ਬਾਕੀ ਗੱਲ ਇਹ ਹੈ ਕਿ ਦਹੇਜ ਦੀ ਆਪਾਂ ਨੂੰ ਤਾਂ ਕੋਈ ਇੱਛਾ ਹੀ ਨਹੀਂ। ਇਹ ਤਾਂ ਭੁੱਖਿਆਂ ਦੀਆਂ ਗੱਲਾਂ ਹੁੰਦੀਆਂ ਨੇ। ਆਪਾਂ ਨੂੰ ਤਾਂ ਰੱਬ ਨੇ ਬਥੇਰਾ ਦਿੱਤਾ ਹੈ। ਜਿਸ ਨੇ ਲੜਕੀ ਹੀ ਦੇ ਦਿੱਤੀ, ਉਸਨੇ ਹੋਰ ਲੁਕਾਉਣਾ ਕੀ ਹੈ। ਜਿਗਰ ਦੇ ਟੁਕੜੇ ਨਾਲੋਂ ਪਿਆਰੀ ਭਲਾ ਹੋਰ ਕਿਹੜੀ ਚੀਜ਼ ਹੋ ਸਕਦੀ ਹੈ। ਸੋਨੇ ਦਾ ਭਾਅ ਤਾਂ ਦੇਖੋ ਅਸਮਾਨ ਜਾ ਚੜ੍ਹਿਆ। ਕੋਈ ਕੀ ਦੇ ਦੂ, ਪਰ ਆਪਣੀ ਇੱਜ਼ਤ ਤਾਂ ਸਭ ਨੂੰ ਪਿਆਰੀ ਹੁੰਦੀ ਹੈ। ਕੋਈ ਆਪਣੀ ਧੀ ਨੂੰ ਨੰਗੇ ਹੱਥੀਂ ਥੋੜ੍ਹਾ ਤੋਰ ਸਕਦਾ। ਆਖਰ ਹੱਥ ਕੰਨ ਤਾਂ ਢਕਣੇ ਹੀ ਪੈਂਦੇ। ਅੱਜ ਕੱਲ੍ਹ ਤਾਂ ਹੱਥ ਕੰਨ ਢਕਣ ਨੂੰ ਹੀ ਘੱਟੋ ਘੱਟ 10 ਤੋਲੇ ਸੋਨਾ ਚਾਹੀਦਾ।
ਰਾਮ ਪ੍ਰਕਾਸ਼ ਦਾ ਮੂੰਹ ਪੀਲਾ ਫਟਕ ਹੋ ਗਿਆ, ਜਿਵੇਂ ਕਿਸ ਨੇ ਉਸਦਾ ਸਾਰਾ ਲਹੂ ਨਿਚੋੜ ਲਿਆ ਹੋਵੇ। ਉਹ ਗੱਲ ਕਰਨ ਜੋਗਾ ਵੀ ਨਾ ਰਿਹਾ, ਜਿਵੇਂ ਮੂੰਹ ਨੂੰ ਤਾਲਾ ਲੱਗ ਗਿਆ ਹੋਵੇ। ਉਸ ਨੂੰ ਉੱਠਣਾ ਔਖਾ ਹੋ ਗਿਆ, ਜਿਵੇਂ ਧਰਤੀ ਵਿੱਚ ਗੱਡਿਆ ਗਿਆ ਹੋਵੇ। ਉਹ ਕਮਰੇ ਦੇ ਇੱਧਰ ਉੱਧਰ ਝਾਕਿਆ। ਉਸਦੀਆਂ ਨਜ਼ਰਾਂ ਪਾਣੀ ਦੀ ਤਲਾਸ਼ ਕਰ ਰਹੀਆਂ ਸਨ। ਉਸਦਾ ਮੂੰਹ ਸੁੱਕ ਰਿਹਾ ਸੀ, ਦਿਲ ਨੂੰ ਕੁਝ ਹੋ ਰਿਹਾ ਸੀ। ਫਿਰ ਉਸਨੇ ਆਪਣੇ ਆਪ ਨੂੰ ਲਾਹਨਤ ਪਾਈ, ਇਹਨਾਂ ਦੇ ਘਰੋਂ ਪਾਣੀ ਭਾਲਦਾ, ਜਿਹੜੇ ਲੋਕਾਂ ਦਾ ਖੂਨ ਨਿਚੋੜ ਕੇ ਪੀਣਾ ਚਾਹੁੰਦੇ ਨੇ। ਉਸ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉੱਥੋਂ ਉੱਠ ਆਇਆ, ਕਦੋਂ ਟਿਕਟ ਲੈ ਕੇ ਬੱਸ 'ਚ ਆ ਬੈਠਿਆ। ਉਸ ਨੂੰ ਆਪਣੀ ਹੋਂਦ ਦਾ ਅਹਿਸਾਸ ਤਾਂ ਉਦੋਂ ਹੋਇਆ ਜਦੋਂ ਡਰਾਈਵਰ ਨੇ ਅਚਾਨਕ ਬ੍ਰੇਕਾਂ ਲਗਾਈਆਂ ਅਤੇ ਉਹਦਾ ਮੱਥਾ ਮੂਹਰਲੀ ਸੀਟ ਦੀ ਪਾਈਪ 'ਤੇ ਜਾ ਲੱਗਿਆ। ਬੱਸ ਦੀ ਖਿੜਕੀ ਨਾਲ ਸਿਰ ਟਿਕਾਈ ਉਹ ਪਿਛਲੀਆਂ ਘਟਨਾਵਾਂ ਨੂੰ ਫਰੋਲਦਾ ਮਨ ਹੀ ਮਨ ਬੁੜਬੁੜਾ ਰਿਹਾ ਸੀ। ਮੈਂ ਉਸ ਨੂੰ ਪੁੱਛ ਹੀ ਲੈਂਦਾ ਵੀ ਮੁੰਡੇ ਦੀ ਪੜ੍ਹਾਈ ਦਾ ਖਰਚਾ, ਇੰਗਲੈਂਡ ਦਾ ਕਿਰਾਇਆ, ਕਾਰ ਕੋਠੀ ਤਾਂ ਦੇਣੀ ਹੀ ਪਊ, ਪਰ ਜੇ ਮੁੰਡੇ ਨੂੰ ਉੱਥੇ ਹੀ ਕੁਝ ਹੋ ਗਿਆ ਤਾਂ ਖੱਫਣ ਦਾ ਖਰਚਾ ਪੁੱਛ ਤਾਂ ਲੈਂਦਾ। ਭੰਨਾ ਘੜਤਾਂ ਕਰਦੇ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਜਿਹੀ ਆ ਗਈ। ਟਿਕਟ ਚੈਕਰ ਨੇ ਉਸ ਨੂੰ ਹਲੂਣਦਿਆਂ ਟਿਕਟ ਪੁੱਛੀ। ਉਹ ਜਿਵੇਂ ਹੋਸ਼ ਵਿੱਚ ਆਇਆ। ਚੈਕਰ ਨੂੰ ਟਿਕਟ ਵਿਖਾ ਉਹ ਅੱਖਾਂ ਮਲ ਲੱਗਿਆ। ਉਸ ਨੂੰ ਲੱਗਿਆ ਜਿਵੇਂ ਉਸ ਦਾ ਰੰਗੀਨ ਸੁਪਨਾ ਟੁੱਟ ਗਿਆ ਹੋਵੇ। ਘੜੀ ਕੁ ਪਹਿਲਾਂ ਉਸ ਅੱਗੇ ਖੜੀ ਸੁਨੀਤਾ ਆਖ ਰਹੀ ਸੀ, ਬਾਪੂ ਜੀ ਤੁਹਾਨੂੰ ਕਾਹਦਾ ਫਿਕਰ ਹੈ, ਤੁਸੀਂ ਚਿੰਤਾ ਨਾ ਕਰੋ ਭੋਰਾ, ਮੈਂ ਆਤਮ ਨਿਰਭਰ ਹੋ ਕੇ ਆਪਣਾ ਭਾਰ ਆਪ ਸਾਂਭੂਗੀ ਤੇ ਫਿਰ ਅਜਿਹੀ ਜਗ੍ਹਾ ਸ਼ਾਦੀ ਕਰਾਊਂਗੀ ਜਿਹੜੇ ਮਾਸਟਰ ਰਾਮ ਪ੍ਰਕਾਸ਼ ਨੇ ਮੱਥੇ ਤੇ ਹੱਥ ਫੇਰਦਿਆਂ, ਗੁੰਮਟ ਤਾਂ ਅਜੇ ਵੀ ਸੀ ਪਰ ਮੱਥੇ ਦੀ ਚੀਸ ਘਟ ਗਈ ਸੀ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।